दोस्तों ਅੱਜ ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਮੈਂ ਗੱਲ ਕਰਾਂਗਾ ਕੋਟਕਪੂਰਾ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਐਲਕੇ ਯਾਦਵ ਦੀ ਸਿੱਟ ਜੋ ਕਿ ਕੁੱਲ ਪੰਜਾਬ ਦੇ ਵਿੱਚ 9 ਸੀਟਾਂ ਜਿਹੜੀਆਂ ਅੱਜ ਤੱਕ ਬਣ ਚੁੱਕੀਆਂ ਨੇ ਬੇਅਦਬੀ ਤੇ ਉਸ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਉਸ ਦੇ ਵਿੱਚੋਂ 8ਵੀਂ ਸੀਟ ਹੈ ਐਲਕੇ ਯਾਦਵ ਇਹਦੇ ਮੁਖੀ ਹੈਗੇ ਨੇ। ਇਹ ਉਹ ਸੀਟ ਹੈ ਜੋ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਬਣਾਈ ਗਈ ਹੈ। ਇਹ ਉਹ ਸੀਟ ਹੈ ਜੋ ਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਸੀਟ ਨੂੰ ਭੰਗ ਕਰਨ ਤੇ ਉਹਨਾਂ ਦੀ ਰਿਪੋਰਟ ਨੂੰ ਖਾਰਜ ਕਰਨ ਤੋਂ ਬਾਅਦ ਬਣਾਈ ਗਈ ਹੈ ਤੇ ਇਸ ਨੇ ਨਵੇਂ ਸਿਰੇ ਤੋਂ ਪੂਰੇ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਆਰੰਭੀ ਹੈ। ਜਿਵੇਂ ਦੇ ਕਿ ਹਦਾਇਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਬੈਂਚ ਨੇ ਦਿੱਤੀਆਂ ਸੀ ਜਿਸ ਨੇ ਕਿ ਕੁੰਵਰ ਵਿਜੇ ਪ੍ਰਤਾਪ ਵਾਲੀ ਸੀਟ ਨੂੰ ਖਾਰਜ ਕੀਤਾ ਸੀ। ਸੋ ਇਸੇ ਤਹਿਤ ਇਸ ਸੀਟ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਵੱਖ-ਵੱਖ ਇਸ ਮਾਮਲੇ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਸਨ, ਮੁਲਜ਼ਮ ਸਨ, ਚਸ਼ਮਦੀਦ ਸਨ, ਵਿਟਨੈਸਿਸ ਸਨ, ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਹੈ, ਉਹਨਾਂ ਤੋਂ ਦੁਬਾਰਾ ਪੜਤਾਲ ਕੀਤੀ ਹੈ। ਇਸ ਦੀ ਲੋੜ ਇਸ ਵਾਸਤੇ ਵੀ ਹੈ ਕਿ ਬੇਸ਼ੱਕ ਕੁੰਵਰ ਵਿਜੇ ਪ੍ਰਤਾਪ ਦੀ ਸੀਟ ਤੇ ਉਸ ਵੱਲੋਂ ਪੇਸ਼ ਕੀਤੇ ਗਏ ਤਕਰੀਬਨ 8 ਐਸੇ ਚਲਾਨ ਨੇ ਜਿਸ ਦੇ ਨਾਲ ਕਿ ਬਹੁਤ ਹੀ ਤਫਸੀਲ ਤੇ ਵੇਰਵੇ ਸਹਿਤ ਸਾਰੇ ਮਾਮਲੇ ਦੀ ਜਿਹੜੀ ਡਿਟੇਲਸ ਹੈਗੀਆਂ ਨੇ, ਬਿਆਨ ਹੈਗੇ ਨੇ, ਉਹਨਾਂ ਨੂੰ ਬਾਕਾਇਦਾ ਕਲਮਬੰਦ ਕੀਤਾ ਜਾ ਚੁੱਕਾ ਹੈ। ਲੇਕਿਨ ਉਹ ਸਾਰਾ ਐਸਾ ਐਵੀਡੈਂਸ ਹੈ ਜਿਸ ਨੂੰ ਕਿ ਜੇ ਅਦਾਲਤ ਵਿੱਚ ਦੁਬਾਰਾ ਟ੍ਰਾਇਲ ਸਟੇਜ ਦੇ ਉੱਤੇ ਲੈ ਕੇ ਨਵੀਂ ਸੀਟ ਮੈਦਾਨ ਵਿੱਚ ਜਾਂਦੀ ਹੈ, ਅਦਾਲਤ ਵਿੱਚ ਜਾਂਦੀ ਹੈ, ਉਸ ਸਥਿਤੀ ਦੇ ਵਿੱਚ ਉਸ ਉੱਤੇ ਉਂਗਲਾਂ ਉੱਠਣਗੀਆਂ, ਉਸ ਉੱਤੇ ਸਵਾਲ ਖੜੇ ਕੀਤੇ ਜਾਣਗੇ ਬਚਾਅ ਪੱਖ ਵੱਲੋਂ, ਯਾਨੀ ਕਿ ਉਹ ਪੁਲਿਸ ਅਫਸਰਾਂ ਦਾ ਬਚਾਅ ਪੱਖ ਜੋ ਕਿ ਕੋਟਕਪੂਰਾ ਫਾਇਰਿੰਗ ਦੇ ਵਿੱਚ ਆਪਣੇ ਆਪ ਨੂੰ ਨਿਰਦੋਸ਼ ਮੰਨਦਾ। ਸੋ ਇਸੇ ਤਹਿਤ ਐਲਕੇ ਯਾਦਵ ਜਿਹੜੇ ਆਲਾ ਪੁਲਿਸ ਅਧਿਕਾਰੀ ਹੈਗੇ ਨੇ ਉਹਨਾਂ ਦੀ ਸਿੱਟ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਪੁੱਛਗਿੱਛ ਕੀਤੀ। ਇਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਤੋਂ ਵੀ ਉਚੇਚੇ ਤੌਰ ਤੇ ਇਸ ਸਿੱਟ ਨੇ ਕਈ ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਐਲਕੇ ਯਾਦਵ ਦੀ ਇਸ ਸਿੱਟ ਨੇ ਇਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਤੋਂ ਵੀ ਕਈ ਘੰਟੇ ਪੁੱਛਗਿੱਛ ਕੀਤੀ ਸੀ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੋਂ ਲਗਭਗ 2 ਘੰਟੇ ਤੋਂ ਵੱਧ ਇਹ ਪੁੱਛਗਿੱਛ ਚੱਲੀ। ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਤੋਂ ਜੋ ਸਿੱਟ ਪੁੱਛ ਰਹੀ ਹੈ ਅੱਜ ਅਸੀਂ ਉਸ ਉੱਤੇ ਚਰਚਾ ਕਰਾਂਗੇ। ਆਖਿਰ ਇਹ ਦੋ ਲੋਕਾਂ ਤੋਂ, ਯਾਨੀ ਕਿ ਇੱਕ ਜਿਹੜਾ ਤਤਕਾਲੀ ਮੁੱਖ ਮੰਤਰੀ ਸੀ ਤੇ ਇੱਕ ਸੂਬੇ ਦਾ ਡੀਜੀਪੀ ਸੀ, ਉਹਨਾਂ ਦੋਵਾਂ ਦੇ ਵਿੱਚ ਆਪਸ ਦੇ ਵਿੱਚ 13 ਤੇ 14 ਅਕਤੂਬਰ 2015 ਦੀ ਦਰਮਿਆਨੀ ਰਾਤ ਨੂੰ ਕੀ ਕੁਝ ਗੱਲਬਾਤ ਹੋਈ। ਰਾਤ 1 ਤੋਂ ਲੈ ਕੇ 2 ਵਜੇ ਦੇ ਵਿੱਚ ਫੋਨ ਕਾਲ ਦੇ ਉੱਤੇ ਕੀ ਗੱਲਾਂ ਬਾਤਾਂ ਤੇ ਕੀ ਜਿਹੜੇ ਦਿਸ਼ਾ ਨਿਰਦੇਸ਼ ਸਨ ਉਹ ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਦਿੱਤੇ ਗਏ ਜਾਂ ਡੀਜੀਪੀ ਵੱਲੋਂ ਅੱਗੇ ਆਪਣੇ ਅਫਸਰਾਂ ਤੱਕ ਪਾਸ ਆਨ ਕੀਤੇ ਗਏ। ਸੋ ਇਹ ਸਿੱਟ ਉਹੀ ਕੁਝ ਜਾਣਨਾ ਚਾਹੁੰਦੀ ਹੈ ਜੋ ਕਿ ਇਸ ਤੋਂ ਪਹਿਲਾਂ ਦੀਆਂ ਸਿੱਟਾਂ ਜਾਣਨਾ ਚਾਹੁੰਦੀਆਂ ਰਹੀਆਂ ਜਾਂ ਫਿਰ ਉਸ ਤੋਂ ਪਹਿਲਾਂ ਦੀਆਂ ਅਲੱਗ-ਅਲੱਗ ਬਣੀਆਂ ਜਾਂਚ ਕਮਿਸ਼ਨਾਂ। ਪ੍ਰਕਾਸ਼ ਸਿੰਘ ਬਾਦਲ ਤੋਂ ਹੋਈ ਇਸ ਪੁੱਛਗਿੱਛ ਤੋਂ ਪਹਿਲਾਂ ਤਕਰੀਬਨ 3 ਸਾਲ ਪਹਿਲਾਂ ਨਵੰਬਰ 2018 ਦੇ ਵਿੱਚ ਵੀ ਪ੍ਰਬੋਧ ਕੁਮਾਰ ਦੀ ਇੱਕ ਉਹ 5 ਮੈਂਬਰੀ ਸਿੱਟ ਜੋ ਕਿ 2018 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਬਿਠਾਈ ਗਈ ਸੀ, ਉਸ ਨੇ ਵੀ ਪੁੱਛਗਿੱਛ ਕੀਤੀ ਸੀ। ਉਸ ਵਿੱਚ ਕੁੰਵਰ ਵਿਜੇ ਪ੍ਰਤਾਪ ਸ਼ਾਮਲ ਸਨ। ਲੇਕਿਨ ਕੁੰਵਰ ਵਿਜੇ ਪ੍ਰਤਾਪ ਜਦੋਂ ਪੁੱਛਗਿੱਛ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਦੀ ਆਫੀਸ਼ੀਅਲ ਰਿਹਾਇਸ਼ ਤੇ ਪਹੁੰਚੇ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਕਈ ਮਿੰਟ ਆਪਣੇ ਘਰ ਦੇ ਬਾਹਰ ਖੜਾ ਰੱਖਿਆ ਤੇ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਪੱਧਰ ਦੇ ਅਫਸਰ ਤੋਂ ਹੀ ਪੁੱਛਗਿੱਛ ਕਰਵਾਵਾਂਗਾ, ਯਾਨੀ ਕਿ ਤੁਸੀਂ ਆਪਣੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਪੁੱਛਗਿੱਛ ਲਈ ਲੈ ਕੇ ਆਓ। ਕੁੰਵਰ ਵਿਜੇ ਪ੍ਰਤਾਪ ਨੇ ਉੱਥੋਂ ਫੋਨ ਕਰਕੇ ਆਪਣੇ ਜੋ ਉਹਨਾਂ ਦੇ ਹੈੱਡ ਸਨ SIT ਦੇ ਹੈੱਡ ਪ੍ਰਬੋਧ ਕੁਮਾਰ ਉਹਨਾਂ ਨੂੰ ਬੁਲਾਇਆ ਜੋ ਕਿ ਨਾਲ ਹੀ ਸੈਕਟਰ 9 ਦੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਮੌਜੂਦ ਸਨ। ਉਹਨਾਂ ਦੀ ਗੱਡੀ ਆਈ ਤੇ ਫਿਰ ਇਹ ਸਾਰੇ ਅਧਿਕਾਰੀ ਬਾਦਲ ਕੋਲ ਗਏ। ਬਾਦਲ ਤੋਂ ਕਈ ਸਵਾਲ ਜਵਾਬ ਇਹਨਾਂ ਨੇ ਕੀਤੇ। ਉਸ ਤੋਂ ਬਾਅਦ ਇਹ ਸਿੱਟ ਆਪਣਾ ਕੰਮ ਕਰਕੇ ਨਿਕਲ ਗਈ। ਐਲਕੇ ਯਾਦਵ ਦੀ ਜਿਹੜੀ ਸਿੱਟ ਹੈ ਜੋ 2 ਘੰਟੇ ਤੋਂ ਵੱਧ ਪੁੱਛਗਿੱਛ ਕਰਕੇ ਆਈ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਆਖਿਰ ਭਾਲ ਕੀ ਰਹੀ ਹੈ, ਉਹ ਲੱਭ ਕੀ ਰਹੀ ਹੈ। ਐਸਾ ਕੀ ਕੋਈ ਵੱਖਰੀ ਚੀਜ਼ ਹੈ, ਕੋਈ ਵੱਖਰੇ ਤੱਥ ਜਾਂ ਕੋਈ ਵੱਖਰਾ ਪ੍ਰਮਾਣ ਹੈ ਜੋ ਕਿ ਇਸ ਸਿੱਟ ਨੂੰ ਚਾਹੀਦਾ ਹੈ, ਕਿਉਂਕਿ ਹਾਈ ਕੋਰਟ ਦੀ ਇੱਕ ਐਸੀ ਲਿਮਿਟੇਸ਼ਨ ਹੈ। ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਹੈ ਉਸ ਉੱਤੇ ਸਵਾਲ ਵੀ ਖੜੇ ਹੋ ਚੁੱਕੇ ਨੇ। ਇੱਕ ਤਰੀਕੇ ਨਾਲ ਉਸ ਪੂਰੀ ਇਨਵੈਸਟੀਗੇਸ਼ਨ ਨੂੰ ਟਰੈਸ਼ ਵੀ ਕੀਤਾ ਜਾ ਚੁੱਕਾ ਹੈ। ਸੋ ਉਸ ਹਾਲਾਤ ਦੇ ਵਿੱਚ ਐਲਕੇ ਯਾਦਵ ਨੂੰ ਨਵੇਂ ਸਿਰੇ ਤੋਂ ਪੂਰੀ ਜਾਂਚ ਕਰਨੀ ਪੈਣੀ ਸੀ ਜਿਸ ਤਹਿਤ ਉਹਨਾਂ ਨੇ ਇਹ ਕਵਾਇਦ ਨੂੰ ਛੇੜ ਰੱਖਿਆ ਤੇ ਉਸੇ ਤਹਿਤ ਬਾਦਲ ਤੋਂ ਵੀ ਅੱਜ ਪੁੱਛਗਿੱਛ ਕੀਤੀ ਗਈ। ਸਵਾਲ ਕਿਹੜੇ ਹੈਗੇ ਨੇ? ਬਾਦਲ ਤੋਂ ਉਹੀ ਸਵਾਲ ਸਨ ਜਿਹੜੇ ਕਿ ਬਹੁਤ ਤਫਸੀਲ ਦੇ ਨਾਲ ਜਾਣਨ ਦੀ ਕੋਸ਼ਿਸ਼ ਪਹਿਲੀਆਂ ਸਿੱਟਾਂ ਤੇ ਪਹਿਲੀਆਂ ਕਮਿਸ਼ਨਾਂ ਨੇ ਵੀ ਕੀਤੀ ਹੈ। ਇਹ ਵੀ ਦੱਸ ਦਈਏ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਦੋਂ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮਾਰਚ ਦੇ ਵਿੱਚ ਬਣਦੀ ਹੈ, ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾਇਆ ਜਾਂਦਾ ਹੈ। ਉਸ ਦੇ ਵੱਲੋਂ ਵੀ ਕਈ ਮੌਕਿਆਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਕਈ ਸਮਨ ਭੇਜੇ ਗਏ, ਨੋਟਿਸ ਭੇਜੇ ਗਏ, ਲੇਕਿਨ ਇਹ ਦੋਨਾਂ ਨੇ ਇਸ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰਤਾ। ਇਹ ਦੋਵਾਂ ਦਾ ਇਲਜ਼ਾਮ ਇਹ ਸੀ ਵੀ ਕਮਿਸ਼ਨ ਨੂੰ ਇਹ ਮੰਨਦੇ ਨਹੀਂ ਤੇ ਇਹਨਾਂ ਦੀ ਪਾਰਟੀ ਵੱਲੋਂ ਇਸ ਕਮਿਸ਼ਨ ਦਾ ਬਾਈਕਾਟ ਕੀਤਾ ਗਿਆ। ਸੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਹਨਾਂ ਵੱਲੋਂ ਬੇਸ਼ੱਕ ਉਹ ਚਾਹੁੰਦੇ ਤਾਂ ਸਮਨ ਭੇਜ ਕੇ ਵੀ ਇਹਨਾਂ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਮਜਬੂਰ ਕਰ ਸਕਦੇ ਸੀ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦੇ ਬਗੈਰ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਸੀ ਜਾਂ ਆਪਣੀ ਇਨਕੁਆਇਰੀ ਰਿਪੋਰਟ ਸੀ ਉਸ ਨੂੰ ਸਬਮਿਟ ਕੀਤਾ। ਇਸੇ ਦੌਰਾਨ ਜਿਹੜੀ ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਦੇ ਵਿੱਚ ਦੀ ਆਪਸ ਦੀ ਗੱਲਬਾਤ ਹੈ ਉਸ ਉੱਤੇ ਖਾਸ ਤੌਰ ਤੇ
ਉਹਨਾਂ तमाम ਏਜੰਸੀਆਂ ਜਾਂਚ ਏਜੰਸੀਆਂ ਚਾਹੇ ਉਹ LK यादव ਦੀ ਸਿੱਟ ਹੋਵੇ ਜਾਂ ਇਸ ਤੋਂ ਪਹਿਲੀ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਹੋਵੇ ਜਾਂ ਫਿਰ ਉਸ ਤੋਂ ਪਹਿਲਾਂ ਰਣਜੀਤ ਸਿੰਘ ਕਮਿਸ਼ਨ ਹੋਵੇ, ਇਹ ਸਾਰੀਆਂ ਏਜੰਸੀਆਂ ਜਾਂ ਕਮਿਸ਼ਨਾਂ ਨੇ ਆਪਣਾ ਫੋਕਸ ਰੱਖਿਆ ਹੈ 13 ਤੇ 14 ਅਕਤੂਬਰ ਦੀ ਦਰਮਿਆਨੀ ਰਾਤ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਟੈਲੀਫੋਨ ਕਾਲਸ ਉੱਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸਿੰਘ ਸੈਣੀ ਦੇ ਵਿੱਚ ਆਪਸ ਦੇ ਵਿੱਚ ਕੀ ਗੱਲਬਾਤ ਹੋਈ, ਕੀ ਦਿਸ਼ਾ ਨਿਰਦੇਸ਼ ਜਾਂ ਕੀ ਡਾਇਰੈਕਸ਼ਨਸ ਕੀ ਇੰਸਟਰਕਸ਼ਨਸ ਬਾਦਲ ਵੱਲੋਂ ਪਾਸ ਕੀਤੀਆਂ ਗਈਆਂ। ਇਹ ਕਿਉਂ ਮਹੱਤਵਪੂਰਨ ਹੈ? ਇਹ ਇਸ ਵਾਸਤੇ ਮਹੱਤਵਪੂਰਨ ਹੈ ਕਿਉਂਕਿ ਇਸ ਫੋਨ ਕਾਲ ਤੋਂ ਬਾਅਦ, ਇਸ ਟੈਲੀਫੋਨ ਦੇ ਉੱਤੇ ਹੋਈ ਗੱਲਬਾਤ ਤੋਂ ਕੁਝ ਘੰਟੇ ਬਾਅਦ ਹੀ ਕੋਟਕਪੂਰੇ ਚੌਂਕ ਦੀ ਉਹ ਹਿੰਸਾ ਹੁੰਦੀ ਹੈ, ਉਹ ਘਟਨਾ ਹੁੰਦੀ ਹੈ ਜਿਸ ਵਿੱਚ ਕਿ ਚੌਂਕ ਨੂੰ ਖਾਲੀ ਕਰਾਏ ਜਾਣ ਦੇ ਮਨੋਰਥ ਦੇ ਨਾਲ ਜਦੋਂ ਪੁਲਿਸ ਵਧੀਕੀ ਕਰਦੀ ਹੈ, ਉਸ ਹਾਲਾਤ ਦੇ ਵਿੱਚ ਪ੍ਰਦਰਸ਼ਨਕਾਰੀ ਆਪੇ ਤੋਂ ਬਾਹਰ ਹੁੰਦੇ ਨੇ, ਆਪਸ ਦੇ ਵਿੱਚ ਇੱਕ ਖੜਕਾ ਹੁੰਦਾ ਹੈ, ਆਪਸ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਪੱਧਰ ਦਾ ਹਿੰਸਾ ਹੁੰਦੀ ਹੈ। ਬੇਸ਼ੱਕ ਫਿਰ ਕੋਟਕਪੂਰਾ ਮਾਮਲੇ ਦੇ ਵਿੱਚ ਕੋਈ ਕੈਜੂਅਲਟੀ ਨਹੀਂ ਹੋਈ, ਯਾਨੀ ਕਿ ਕੋਈ ਵੀ ਮੌਤ ਨਹੀਂ ਹੋਈ, ਲੇਕਿਨ ਇਹ ਮਾਮਲਾ ਸਿਆਸੀ ਪੱਖੋਂ ਕਾਫੀ ਅਹਿਮ ਬਣ ਗਿਆ। ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਆਫ ਇਨਕੁਆਇਰੀ ਦੇ ਮੁਖੀਆ ਜਸਟਿਸ ਰਣਜੀਤ ਸਿੰਘ ਤੋਂ ਮੈਂ ਇੱਕ ਇੰਟਰਵਿਊ ਕੀਤਾ ਸੀ। ਉਸ ਇੰਟਰਵਿਊ ਦੇ ਵਿੱਚ ਆਖਿਰ ਉਹ ਸਾਰੀ ਗੱਲਾਂ ਬਾਤਾਂ ਜਿਹੜੀਆਂ ਕਿ ਬਾਦਲ ਦੇ ਨਾਲ ਜੁੜੀਆਂ ਹੋਈਆਂ ਨੇ, ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਤੇ ਸੁਮੇਧ ਸਿੰਘ ਸੈਣੀ ਦੇ ਨਾਲ ਜਿਹੜੀ ਆਪਸ ਦੇ ਵਿੱਚ ਦੋਵਾਂ ਦੀ ਗੱਲਬਾਤ ਹੋਈ, ਆਪਸ ਦੇ ਵਿੱਚ ਇਹਨਾਂ ਨੇ ਕੀ ਗੱਲਬਾਤ ਕੀਤੀ, ਇਹ ਗੱਲਬਾਤ ਪਬਲਿਕ ਡੋਮੇਨ ਦੇ ਵਿੱਚ ਜਾਂ ਜਾਂਚ ਪੜਤਾਲ ਦੇ ਵਿੱਚ ਲੈਣੀ ਕਿੰਨੀ ਜ਼ਰੂਰੀ ਹੈ, ਇਸ ਬਾਰੇ ਮੈਂ ਉਹਨਾਂ ਤੋਂ ਕੁਝ ਸਵਾਲ ਕੀਤੇ ਸਨ। ਇਹ ਚੈਨਲ ਵਰਲਡ ਪੰਜਾਬੀ ਲਈ ਮੈਂ ਇਹ ਇੰਟਰਵਿਊ ਕੀਤਾ ਸੀ। ਮੈਂ ਕਰੀਬਨ 2 ਜਾਂ 2.5 ਮਿੰਟ ਦਾ ਇਹ ਇੰਟਰਵਿਊ ਤੁਹਾਨੂੰ ਸੁਣਾਉਣਾ ਚਾਹਾਂਗਾ, ਜਿਸ ਤੋਂ ਤੁਹਾਨੂੰ ਕਾਫੀ ਸਾਫ਼ ਤੌਰ ਤੇ ਕਲੀਅਰ ਹੋ ਜਾਏਗਾ ਕਿ ਆਖਿਰ ਪ੍ਰਕਾਸ਼ ਸਿੰਘ ਬਾਦਲ ਨੇ ਸੁਮੇਧ ਸਿੰਘ ਸੈਣੀ ਨੂੰ ਕੀ ਕਿਹਾ, ਆਪਸ ਦੇ ਵਿੱਚ ਕੀ ਗੱਲਬਾਤ ਹੋਈ ਹੋ ਸਕਦੀ ਹੈ ਤੇ ਦੋਵਾਂ ਦੀ ਜਿਹੜੀ ਚੁੱਪੀ ਸੀ ਇੱਕ ਦੂਸਰੇ ਨੂੰ ਬਚਾਉਣ ਦੇ ਮਨੋਰਥ ਨਾਲ ਸਾਧੀ ਗਈ। ਇਹ ਇੰਟਰਵਿਊ ਸੁਣੋ, ਇਹ ਛੋਟਾ ਜਿਹਾ ਹਿੱਸਾ ਇੰਟਰਵਿਊ ਦਾ, ਜਿਸ ਤੋਂ ਬਾਅਦ ਆਪਾਂ ਇਸ ਰਿਪੋਰਟ ਨੂੰ ਅੱਗੇ ਤੋਰਾਂਗੇ। ਮਤਲਬ ਇਹ ਤਾਂ ਬੜਾ ਇੱਕ ਸਿੰਪਲ ਜੀ ਗੱਲ ਸੀਗੀ ਸਾਰੀ। ਜੇ ਚੀਫ ਮਿਨਿਸਟਰ ਨੇ ਕੋਈ ਐਸਾ ਹਦਾਇਤਾਂ ਨਹੀਂ ਦਿੱਤੀਆਂ ਸੀ, ਹੀ ਸ਼ੁੱਡ ਹੈਵ ਸਿੰਪਲੀ ਕਮ ਔਨ ਰਿਕਾਰਡ ਟੂ ਸੇ ਕਿ ਮੈਂ ਉਹਨੂੰ ਕਿਹਾ ਸੀ। ਜੇ ਉਹਨਾਂ ਨੇ ਹਦਾਇਤਾਂ ਦਿੱਤੀਆਂ ਸੀ ਵੀ ਉੱਥੇ ਨਹੀਂ ਕੋਈ ਫੋਰਸ ਯੂਜ਼ ਕਰਨੀ, he should have come on record. Then the responsibility was that of a DGP. But once chief minister doesn't come before me, so the commission has to draw inference on the circumstantial evidence. ਇੱਕ ਮੋਟੀ ਜੀ ਗੱਲ, ਕਿਉਂਕਿ ਮੈਂ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਇਸ ਪੂਰੇ ਮੁੱਦੇ ਉੱਤੇ ਗੱਲਬਾਤ ਕੀਤੀ ਸੀ ਤੇ ਮੈਂ ਵੀ ਉਹਨਾਂ ਤੋਂ ਪੁੱਛਿਆ ਵੀ ਤੁਹਾਡੇ ਵੱਲੋਂ ਹਦਾਇਤ ਸੀ ਨਹੀਂ ਸੀ ਕੀ ਸੀ। ਉਹ ਕਹਿੰਦੇ ਵੀ ਤੁਸੀਂ ਦੱਸੋ ਵੀ ਜੀ ਕੋਈ ਮੁੱਖ ਮੰਤਰੀ ਕਦੀ ਇਹੋ ਜਿਹੀ ਹਦਾਇਤ ਦੇ ਸਕਦਾ ਵੀ ਗੋਲੀ ਚਲਾ ਦਿਓ, ਇਹ ਗੱਲਬਾਤ is it logically possible? ਇਹੀ ਚੀਜ਼ it is a kind of a hypothetical thing that they throw back to you. ਉਹ ਇਹ ਵੀ ਕਹਿ ਸਕਦੇ ਸੀ ਕਿ ਜੀ ਮੈਂ ਕੋਈ ਹਦਾਇਤ ਐਸੀ ਦਿੱਤੀ ਨਹੀਂ, instead of keeping it this, ਕਿਉਂਕਿ ਪਤਾ ਕੀ ਗੱਲ ਹੈ, ਨਹੀਂ ਡਿਨਾਈ ਤਾਂ ਬਹੁਤ ਸੌਖੇ ਤਰੀਕੇ ਨਾਲ ਕਰ ਸਕਦੇ ਨੇ, ਇਸ ਤੇ ਐਸਾ ਦਿੱਤਾ ਨਹੀਂ, ਲੇਕਿਨ ਗੱਲ ਤਾਂ ਉਹ ਸਵਾਲਾਂ ਦੇ ਜਵਾਬ ਦੇਣ ਦੀ ਹੈ ਨਾ ਵੀ ਤੁਸੀਂ ਡੀਜੀਪੀ ਦੇ ਨਾਲ ਕੀ ਗੱਲਬਾਤ ਕੀਤੀ, ਡੀਜੀਪੀ ਨੇ ਕੀ ਗੱਲਬਾਤ ਕੀਤੀ, ਕਿਉਂਕਿ ਨਾ ਤਾਂ ਡੀਜੀਪੀ ਦੱਸ ਰਿਹਾ, ਸੁਮੇਧ ਸਿੰਘ ਸੈਣੀ ਦੱਸ ਰਿਹਾ, ਨਾ ਬਾਦਲ ਦੱਸ ਰਿਹਾ। ਨਾ ਤੁਸੀਂ ਸਪੋਜ਼ ਕਰ ਲਓ ਕਿ ਚੀਫ ਮਿਨਿਸਟਰ ਉਸ ਵੇਲੇ ਦੇ ਕਹਿ ਦਿੰਦੇ ਕਿ ਮੈਂ ਡੀਜੀਪੀ ਨੂੰ ਕਿਹਾ ਸੀ ਇਸ ਤਰ੍ਹਾਂ ਨਹੀਂ ਕਰਨਾ ਜਾਂ ਮੈਂ ਕੋਈ ਐਸੀ ਹਦਾਇਤ ਦਿੱਤੀ, ਤੇ ਫਿਰ ਡੀਜੀਪੀ ਵੀ ਤਾਂ ਜਵਾਬ ਦਿੰਦਾ ਨਾ। ਫਿਰ ਤਾਂ ਕਨਫਰੰਟੇਸ਼ਨ ਹੋ ਜਾਣੀ, ਫਿਰ ਡੀਜੀਪੀ ਦੱਸਦਾ ਵੀ ਕੀ ਗੱਲ ਹੋਈ ਸੀ। ਇਹੀ ਕਾਰਨ ਹੈ ਵੀ ਦੋਨੋਂ ਚੁੱਪ ਨੇ, ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਚੁੱਪ ਨੇ, ਆਬਵੀਅਸਲੀ, ਕਿਉਂਕਿ ਜੇ ਪ੍ਰਕਾਸ਼ ਸਿੰਘ ਬਾਦਲ ਬੋਲਦਾ ਤਾਂ ਡੀਜੀਪੀ ਸੈਣੀ ਨੂੰ ਬੋਲਣਾ ਪੈਣਾ, ਤੇ ਜੇ ਸੈਣੀ ਕੁਝ ਬੋਲ ਦਿੰਦਾ ਤਾਂ ਫਰਜ਼ ਕਰੋ ਕਿ ਕਹਿੰਦੇ ਜੀ ਮੈਂ ਉਹਨੂੰ ਐਸਾ ਕੋਈ ਡਾਇਰੈਕਸ਼ਨ ਨਹੀਂ ਦਿੱਤੀਆਂ ਜਾਂ ਮੈਂ ਉਹਨੂੰ ਕਿਹਾ ਸੀ ਪੀਸਫੁਲੀ ਹੈਂਡਲ ਕਰਨਾ, ਤੇ ਦੈਨ ਸੈਣੀ ਵੁੱਡ ਆਲਸੋ ਕਮ ਫਾਰਵਰਡ ਕਿ ਮੈਂ ਕਿਉਂ ਉੱਥੇ ਲੋਕਾਂ ਨੂੰ ਕਿਹਾ ਵੀ, ਕਿਉਂਕਿ ਇੱਕ ਐਵੀਡੈਂਸ ਮੇਰੇ ਕੋਲ ਇਹ ਆਈ ਸੀ, ਜਿਹੜਾ SSP ਫਰੀਦਕੋਟ ਸੀ ਮਿਸਟਰ ਮਾਨ, ਉਹਨੇ ਰਾਤ ਨੂੰ 1 ਵਜੇ ਦੇ ਕਰੀਬ DC ਨੂੰ ਟੈਲੀਫੋਨ ਕਰ ਦਿੱਤਾ ਸੀ ਕਿ ਜੀ ਇੱਥੋਂ ਧਰਨਾ ਉਠਵਾਉਣਾ ਹੈ ਤੇ ਜੇ ਫੋਰਸ ਯੂਜ਼ ਕਰਨੀ ਪਈ ਤੇ ਤਾਂ ਵੀ ਯੂਜ਼ ਕਰਨੀ। ਅੱਛਾ ਜੀ, ਇਹ ਰਾਤ ਦੇ 1 ਵਜੇ ਦੀ ਗੱਲ ਸੀ, ਜਦੋਂ ਅਜੇ ਮਤਲਬ ਇਹ ਉਧਰ ਫੋਨ ਚੱਲਦੇ ਪਏ ਸੀ, ਤਾਰਾਂ ਖੜਕ ਰਹੀਆਂ ਸੀ ਬਿਟਵੀਨ ਦਾ ਚੀਫ ਮਿਨਿਸਟਰ ਆਫਿਸ ਔਰ ਦਾ ਚੀਫ ਮਿਨਿਸਟਰ। ਆਬਵੀਅਸਲੀ देयर वर ਇੰਸਟਰਕਸ਼ਨ ਟੂ ਦੀ ਪੁਲਿਸ। ਜਿਹੜਾ SSP ਮਾਨ ਸੀ, ਹੀ ਵਾਸ ਟੋਟਲੀ ਐਵੇਸਿਵ, ਉਹਨੇ ਹੀ ਰਿਫਿਊਜ਼ ਟੂ ਆਨਸਰ ਮਾਈ ਕੁਐਸਚਨਸ। ਉਹਨੇ ਕਿਹਾ ਜੀ ਮੈਂ ਆਪਣੇ ਵਕੀਲ ਦੀ ਪ੍ਰੈਜ਼ੈਂਸ ਦਿਆਂਗਾ, ਉਹਨੂੰ ਵਕੀਲ ਦੀ ਅਪਰਚੁਨਿਟੀ ਦਿੱਤੀ ਗਈ, ਲੈ ਕੇ ਨਹੀਂ ਆਇਆ, ਹੀ ਵਾਸ ਵਾਂਟਿੰਗ ਟੂ ਡਿਲੇ ਇਟ। ਤੋ ਇਹਨਾਂ ਕਾਰਨਾਂ ਕਰਕੇ ਆਬਵੀਅਸ ਹੈ ਸਾਰੀਆਂ ਗੱਲਾਂ। ਇਹ ਜਿਹੜਾ ਹੈਗਾ ਨਾ, ਜੇ ਫਰਜ਼ ਕਰੋ ਜੇ ਇੱਕ ਡਿਨਾਈ ਕਰਦਾ ਹੈ, ਹੁਣ ਮਿਸਟਰ ਸੈਣੀ ਹੈਜ਼ ਆਲਸੋ ਬੀਨ ਵੈਰੀ ਟੈਕਟਫੁਲੀ ਐਵੇਸਿਵ ਕਿ ਉਹਨਾਂ ਨੇ ਤੁਹਾਡੀ ਚਿੱਠੀ ਲਿਖ ਵੀ ਦਿੱਤੀ ਤੇ ਉਹਦੇ 'ਚ ਇਹ ਵੀ ਨਹੀਂ ਦੱਸਿਆ ਵੀ ਕੀ ਗੱਲਬਾਤ ਹੋਈ। ਚੀਫ ਮਿਨਿਸਟਰ ਨੇ ਮੇਰੇ ਨਾਲ 2 ਵਜੇ ਗੱਲ ਕੀਤੀ ਟੈਲੀਫੋਨ ਤੇ, ਹੀ ਆਸਕਡ ਮੀ ਅਬਾਊਟ ਦੀ ਸਿਚੁਏਸ਼ਨ ਐਂਡ ਦੀ ਐਕਸ਼ਨ ਪ੍ਰਪੋਜ਼ ਜਾਂ ਜੋ ਵੀ ਸਿਚੁਏਸ਼ਨ ਹੈ, ਔਰ ਫਿਰ ਉਹਨਾਂ ਨੂੰ ਪੁੱਛਿਆ ਗਿਆ ਵੀ ਦੱਸੋ ਕੀ ਗੱਲ ਹੋਈ, ਨਹੀਂ ਦੱਸਦੇ। ਚੀਫ ਮਿਨਿਸਟਰ ਡਜ਼ਨਟ ਕਮ ਫਾਰਵਰਡ ਕਿ ਮੈਂ ਕੀ ਹਦਾਇਤਾਂ ਦਿੱਤੀਆਂ ਉਹਨੂੰ। ਹਾਂਜੀ, ਤੋ ਫਿਰ ਕੀ ਇਨਫਰੈਂਸ ਆਏਗਾ ਜਦੋਂ DC ਚੀਫ ਮਿਨਿਸਟਰ ਨਾਲ ਗੱਲ ਕਰਨ ਤੋਂ ਬਾਅਦ DGP ਨਾਲ ਗੱਲ ਕਰਦਾ ਹੈ ਤੇ ਹੀ ਸੇਜ਼ 10 ਮਿੰਟ ਸ਼ਹਿਰ ਖਾਲੀ ਕਰਾਉਣਾ, ਤੇ ਆਬਵੀਅਸਲੀ
ਦੀ ਡਾਇਰੈਕਸ਼ਨ ਵਾਸ ਟੂ ਯੂਜ਼ ਫੋਰਸ ਐਂਡ ਗੈਟ ਇਟ evicted from there ਤੇ ਫਿਰ ਉਹਦੇ ਇਵਜ਼ ਦੇ ਵਿੱਚ ਗੋਲੀ ਚੱਲੀ ਉੱਥੇ ਜੋ ਕੁਝ ਕਾਰਨਾਮਾ ਬਾਅਦ ਚ ਹੋਇਆ ਸਭ। ਸੋ ਇਸ ਸਨ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਜਦੋਂ ਇਹ ਸਵਾਲ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛੇ, ਸੁਮੇਧ ਸਿੰਘ ਸੈਣੀ ਤੋਂ ਪੁੱਛੇ, ਦੋਨਾਂ ਦੇ ਜਿਹੜੇ ਜਵਾਬ ਸਨ ਉਹ ਇਲੂਸਿਵ ਸਨ। ਪ੍ਰਕਾਸ਼ ਸਿੰਘ ਬਾਦਲ ਤਾਂ ਉਸ ਇਨਕੁਆਇਰੀ ਕਮਿਸ਼ਨ ਦੇ ਸਾਹਮਣੇ ਪੇਸ਼ ਹੀ ਨਹੀਂ ਹੋਏ, ਲੇਕਿਨ ਸੁਮੇਧ ਸਿੰਘ ਸੈਣੀ ਨੇ ਇੱਕ ਚਿੱਠੀ ਦੇ ਜ਼ਰੀਏ ਜਵਾਬ ਜ਼ਰੂਰ ਭੇਜਿਆ। ਜਸਟਿਸ ਰਣਜੀਤ ਸਿੰਘ ਨੂੰ ਇੱਕ ਜਵਾਬ ਆਇਆ, ਲੇਕਿਨ ਉਸ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਵੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਕੀ ਇੰਸਟਰਕਸ਼ਨ ਦਿੱਤੀ ਸੀ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਹਨਾਂ ਕੋਲ ਕੀ ਇੰਸਟਰਕਸ਼ਨ ਸੀ। ਕੀ ਉਹਨਾਂ ਨੇ ਆਪਣੇ ਆਪ ਫਰੀਦਕੋਟ ਦੇ ਐਸਐਸਪੀ SS ਮਾਨ ਨੂੰ ਇਹ ਨਿਰਦੇਸ਼ ਦੇ ਦਿੱਤੇ ਕਿ ਸਵੇਰੇ ਚੌਂਕ ਖਾਲੀ ਕਰਾਤਾ ਜਾਏ। ਇਸ ਦੀ ਵੀ ਥੋੜ੍ਹੀ ਤਫਸੀਲ ਦੱਸਣੀ ਜ਼ਰੂਰੀ ਹੈ, ਕਿਉਂਕਿ ਰਾਤੀ ਹੋ ਕੀ ਰਿਹਾ ਸੀ। 12 ਅਕਤੂਬਰ 2015 ਨੂੰ ਬੇਅਦਬੀ ਦੀ ਘਟਨਾ ਹੁੰਦੀ ਹੈ ਤੇ ਜਦੋਂ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਜਾਂਦੇ ਨੇ, ਉਸ ਤੋਂ ਬਾਅਦ ਪੰਥਕ ਜਥੇਬੰਦੀਆਂ ਧਰਨਾ ਲਗਾ ਲੈਂਦੀਆਂ ਨੇ। ਪਹਿਲਾਂ ਸਥਾਨਕ ਬਰਗਾੜੀ ਦੇ ਪੱਧਰ ਤੇ ਛੋਟਾ ਧਰਨਾ ਹੁੰਦਾ ਹੈ, ਲੇਕਿਨ ਬਾਅਦ ਦੇ ਵਿੱਚ ਭਾਈ ਪੰਥਪ੍ਰੀਤ ਤੇ ਕੁਝ ਹੋਰ ਪੰਥਕ ਜਥੇਬੰਦੀਆਂ ਦੇ ਜਿਹੜੇ ਮੋਹਰੀ ਆਗੂ ਹੁੰਦੇ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਜਿਹੜੇ ਅੰਗ ਹੁੰਦੇ ਨੇ ਉਹਨਾਂ ਨੂੰ ਲੈ ਕੇ ਕੋਟਕਪੂਰੇ ਚੌਂਕ ਦੇ ਵਿੱਚ ਉਹਦੇ ਕੂਚ ਕਰਦੇ ਨੇ, ਜੋ ਕਿ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਰਿਹਾ ਹੁੰਦਾ ਬਰਗਾੜੀ ਤੋਂ। ਉੱਥੇ ਜਾ ਕੇ ਧਰਨਾ ਲਾਤਾ ਜਾਂਦਾ ਹੈ। ਕੋਟਕਪੂਰਾ ਚੌਂਕ ਇੱਕ ਤਰੀਕੇ ਨਾਲ ਸਟੈਂਡ ਸਟਿਲ ਤੇ ਆ ਜਾਂਦਾ ਹੈ। ਉੱਥੇ ਧਰਨਾ 13 ਅਕਤੂਬਰ ਤੇ 14 ਅਕਤੂਬਰ ਦੇ ਦਿਨ ਚੱਲਿਆ। 14 ਅਕਤੂਬਰ ਸਵੇਰ ਨੂੰ ਇਹ ਧਰਨਾ ਜਿਹੜਾ ਸੀ ਇੱਥੋਂ ਚੁਕਾਇਆ ਗਿਆ। ਇੱਕ ਬਹੁਤ ਹੀ ਵਾਇਲੈਂਟ ਤਰੀਕੇ ਨਾਲ ਇੱਕ ਹਿੰਸਕ ਘਟਨਾ ਜਿਹੜੀ ਹੈ ਉਹ ਹੋਈ ਕੈਮਰਿਆਂ ਦੇ ਵਿੱਚ, CCTV ਕੈਮਰਿਆਂ ਦੇ ਵਿੱਚ ਤੇ ਅਲੱਗ-ਅਲੱਗ ਕੈਮਰਿਆਂ ਦੇ ਵਿੱਚ ਉਹ ਕੈਦ ਵੀ ਹੋਈ। ਇਸ ਉੱਤੇ ਇੱਕ ਬਹੁਤ ਵਿਸਤਾਰ ਦੇ ਨਾਲ ਰਿਪੋਰਟ ਮੈਂ ਪਹਿਲਾਂ ਬਣਾ ਚੁੱਕਾ ਹਾਂ। ਲੇਕਿਨ ਹੋਇਆ ਦਰਅਸਲ ਇਹ ਸੀ ਵੀ 13 ਅਕਤੂਬਰ ਨੂੰ ਹੀ ਇਹ ਲੋਕਾਂ ਨੂੰ, ਜਿਹੜੇ ਵੀ ਪੰਥਕ ਜਥੇਬੰਦੀਆਂ ਦੇ ਆਗੂ ਸੰਘਰਸ਼ ਕਰ ਰਹੇ ਸਨ ਜਾਂ ਪ੍ਰਦਰਸ਼ਨ ਕਰ ਰਹੇ ਸਨ, ਉਹਨਾਂ ਨੂੰ ਮਨਾ ਲਿਆ ਗਿਆ ਸੀ। ਗੱਲਬਾਤ ਦਾ ਰੌਲਾ ਸਿਰਫ ਇੰਨਾ ਕੁ ਸੀਗਾ ਵੀ ਗ੍ਰਿਫਤਾਰੀ ਔਪਚਾਰਿਕ ਪੱਧਰ ਤੇ, ਯਾਨੀ ਕਿ ਫਾਰਮਲੀ ਇੱਕ ਅਰੈਸਟ ਪਾਇਆ ਜਾਏ, ਉਸ ਤੋਂ ਬਾਅਦ ਇਹ ਲੋਕ ਇੱਥੇ ਉੱਠਣ ਨੂੰ ਜਾਂ ਗ੍ਰਿਫਤਾਰੀਆਂ ਦੇ ਕੇ ਇੱਥੋਂ ਉੱਠਣਾ ਚਾਹੁੰਦੇ ਸਨ, ਜੋ ਕਿ ਪੁਲਿਸ ਨੇ ਪਹਿਲਾਂ ਇਹਨਾਂ ਨੂੰ ਵਾਅਦਾ ਕੀਤਾ। ਵਾਅਦਾ ਕਰਨ ਤੋਂ ਬਾਅਦ ਪੁਲਿਸ ਆਪਣੇ ਵਾਅਦੇ ਤੋਂ ਮੁਨਕਰ ਹੋ ਗਈ। ਕੁਝ ਦੂਰ ਇਹਨਾਂ ਨੂੰ ਗੱਡੀਆਂ 'ਚ ਬਿਠਾ ਕੇ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਛੱਡਤਾ ਗਿਆ। ਕੋਈ ਵੀ ਰਸਮੀ ਜਿਹੜਾ ਫਾਰਮਲ ਅਰੈਸਟ ਵਗੈਰਾ ਦੀ ਗੱਲਬਾਤ ਨਹੀਂ ਹੋਈ, ਜਿਸ ਤੋਂ ਬਾਅਦ ਉਹ ਲੋਕ ਵਾਪਸ ਆ ਗਏ ਤੇ ਚੌਂਕ ਦੇ ਵਿੱਚ ਦੁਬਾਰਾ ਜਿਹੜਾ ਧਰਨਾ ਸੀ ਉਹ ਓਵਰਨਾਈਟ ਸਵੈਲ ਕਰ ਗਿਆ। ਇਸ ਘਟਨਾਕ੍ਰਮ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਫਰੀਦਕੋਟ ਦੇ DC SSP ਉੱਥੋਂ ਦੇ SDM ਨੂੰ ਡਿਵੀਜ਼ਨਲ ਕਮਿਸ਼ਨਰ RK ਮੀਨਾ ਦੇ ਘਰੇ ਰਾਤ 1 ਵਜੇ ਬੁਲਾਇਆ ਗਿਆ। ਟੈਕਨੀਕਲੀ ਉਹ 14 ਅਕਤੂਬਰ ਸੀ, ਯਾਨੀ ਕਿ 13 ਤੇ 14 ਅਕਤੂਬਰ ਦੀ ਉਹ ਦਰਮਿਆਨੀ ਰਾਤ, ਜਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਦੀ ਆਪਸੀ ਗੱਲਬਾਤ ਵੀ ਹੁੰਦੀ ਹੈ। ਉਸ ਦੌਰਾਨ ਜੋ DC ਫਰੀਦਕੋਟ ਹੁੰਦੇ ਨੇ, ਉਹਨਾਂ ਨੇ ਬਹੁਤ ਸੇ ਐਸੇ ਮੈਸੇਜ ਹੋਮ ਸੈਕਟਰੀ ਤੱਕ, ਮੁੱਖ ਸਕੱਤਰ ਪੰਜਾਬ ਦੇ ਤੇ ਇਸ ਤੋਂ ਇਲਾਵਾ ਈਵਨ ਚੀਫ ਮਿਨਿਸਟਰ ਦੇ ਜਿਹੜੇ ਪ੍ਰਿੰਸੀਪਲ ਸਕੱਤਰ ਸਨ ਉਹਨਾਂ ਨੂੰ ਭੇਜ ਰੱਖੇ ਸਨ। ਬਹੁਤ ਹੀ ਐਸੀਆਂ ਕੋਸ਼ਿਸ਼ਾਂ ਹੋਈਆਂ, ਲੇਕਿਨ ਕਿਸੇ ਕਾਰਨਵਸ਼ ਪ੍ਰਕਾਸ਼ ਸਿੰਘ ਬਾਦਲ ਨਾਲ ਸੰਪਰਕ ਨਹੀਂ ਹੋ ਪਾਇਆ। ਉਹਨਾਂ ਨੇ ਇਸ ਹਾਲਾਤ ਦੇ ਵਿੱਚ ਸਥਾਨਕ ਜਿਹੜੇ MLA ਸਨ ਮਨਤਾਰ ਸਿੰਘ ਬਰਾੜ, ਉਹਨਾਂ ਨੂੰ ਵੀ ਡਿਵੀਜ਼ਨਲ ਕਮਿਸ਼ਨਰ ਦੀ ਕੋਠੀ ਤੇ ਬੁਲਾਇਆ ਜਾਂਦਾ ਹੈ। ਮਨਤਾਰ ਸਿੰਘ ਬਰਾੜ ਵੀ ਬਾਦਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਸਿੱਧਾ ਪ੍ਰਕਾਸ਼ ਸਿੰਘ ਬਾਦਲ ਨਾਲ ਸੰਪਰਕ ਨਹੀਂ ਹੋ ਪਾਉਂਦਾ, ਮੁੱਖ ਮੰਤਰੀ ਨਾਲ, ਜੋ ਕਿ ਚੰਡੀਗੜ੍ਹ ਦੇ ਵਿੱਚ ਮੌਜੂਦ ਹੁੰਦੇ ਨੇ। ਉਸ ਤੋਂ ਬਾਅਦ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਗਗਨਦੀਪ ਸਿੰਘ ਬਰਾੜ ਹੋਣਾ ਦੇ ਨਾਲ ਇਹ ਜਿਹੜਾ ਸੰਪਰਕ ਹੈ ਉਹ ਸਥਾਪਿਤ ਹੁੰਦਾ ਹੈ ਤਕਰੀਬਨ ਰਾਤ 1 ਵਜੇ ਦੇ ਆਸ-ਪਾਸ। ਗਗਨਦੀਪ ਬਰਾੜ ਨੂੰ ਹਾਲਾਤ ਦੇ ਬਾਰੇ ਦੱਸਿਆ ਜਾਂਦਾ ਹੈ ਮਨਤਾਰ ਬਰਾੜ ਵੱਲੋਂ, ਜੋ ਕਿ ਪਾਰਟੀ ਦੇ MLA ਹੁੰਦੇ ਨੇ। ਗਗਨਦੀਪ ਬਰਾੜ ਮੁੱਖ ਮੰਤਰੀ ਦੇ ਨਿਵਾਸ ਤੇ ਜਾਂਦੇ ਨੇ, ਉਹਨਾਂ ਦੇ ਘਰੇ ਜਾਂਦੇ ਨੇ ਤੇ ਉੱਥੋਂ ਆਪਣੇ ਫੋਨ ਦੇ ਉੱਤੇ, ਯਾਨੀ ਗਗਨਦੀਪ ਬਰਾੜ ਦੇ ਫੋਨ ਤੋਂ ਮਨਤਾਰ ਸਿੰਘ ਬਰਾੜ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਮੁੱਖ ਮੰਤਰੀ ਦੀ ਕਰਾਈ ਜਾਂਦੀ ਹੈ। ਇਹੀ 2 ਫੋਨਸ ਇਸਤੇਮਾਲ ਵਿੱਚ ਹੁੰਦੇ ਨੇ। ਇਹੀ ਗਵਾਹੀਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਉਸ ਤੋਂ ਬਾਅਦ ਦੀਆਂ ਜਿਹੜੀਆਂ ਜਾਂਚ ਟੀਮਾਂ ਸਨ, ਏਜੰਸੀਆਂ ਸਨ, ਉਹਨਾਂ ਦੇ ਸਾਹਮਣੇ ਵੀ ਆਈਆਂ। ਇਹਨਾਂ ਫੋਨਾਂ ਉੱਤੇ ਹੀ ਪ੍ਰਕਾਸ਼ ਸਿੰਘ ਬਾਦਲ ਦੀ ਉੱਥੋਂ ਦੇ DC ਦੇ ਨਾਲ, DC ਫਰੀਦਕੋਟ ਦੇ ਨਾਲ ਗੱਲ ਹੁੰਦੀ ਹੈ, ਜਿਸ ਵਿੱਚ ਕਿ DC ਸਾਫ਼ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਦੱਸ ਦਿੰਦੇ ਨੇ ਵੀ ਹਾਲਾਤ ਬੇਸ਼ੱਕ ਚਿੰਤਾਜਨਕ ਹੋ ਸਕਦੇ ਨੇ, ਲੇਕਿਨ ਫਿਲਹਾਲ ਕੋਈ ਵੀ ਪੁਲਿਸ ਫੋਰਸ ਦੇ ਇਸਤੇਮਾਲ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਜਿਹੜੇ ਪੂਰੇ ਹਾਲਾਤ ਨੇ ਕਾਬੂ ਦੇ ਵਿੱਚ ਹੈਗੇ ਨੇ। ਮੁੱਢਲੇ ਤੌਰ ਤੇ ਕੋਈ ਵੀ ਜ਼ੋਰ ਜ਼ਬਰਦਸਤੀ ਕਰਕੇ ਇਸ ਧਰਨੇ ਨੂੰ ਚੁਕਵਾਏ ਜਾਣ ਦੀ ਕੋਈ ਐਸੀ ਜ਼ਿਆਦਾ ਫੌਰੀ ਲੋੜ ਨਹੀਂ ਹੈ। ਹਾਲਾਂਕਿ ਜਿਹੜੇ SDM ਉਸ ਵਕਤ VK ਸਿਆਲ ਦੱਸੇ ਜਾਂਦੇ ਹੈਗੇ ਨੇ, ਹਾਲਾਂਕਿ ਉਹ ਖੁਦ ਡਾਇਰੈਕਟਲੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਨਹੀਂ ਕਰਦੇ, ਲੇਕਿਨ ਉਹਨਾਂ ਨੇ ਮਨਤਾਰ ਸਿੰਘ ਬਰਾੜ ਨੂੰ ਉਸ ਫੋਨ ਉੱਤੇ ਬਾਦਲ ਦੇ ਨਾਲ ਗੱਲ ਕਰਦਿਆਂ ਹੋਇਆ ਸੁਣਿਆ, ਜਿਸ ਵਿੱਚ ਕਿ ਮਨਤਾਰ ਸਿੰਘ ਬਰਾੜ ਨੇ ਦੱਸਿਆ ਜਾਂ ਕਿਹਾ, ਬਾਦਲ ਨੂੰ ਕਨਵੇ ਕੀਤਾ ਕਿ ਜੇ ਧਰਨਾ ਸਵੇਰ ਤੱਕ ਨਾ ਚੁੱਕਿਆ ਜਾਏ, ਉਸ ਹਾਲਾਤ ਦੇ ਵਿੱਚ ਹਾਲਾਤ ਹੋਰ ਵਿਗੜ ਸਕਦੇ ਨੇ। ਉਸ ਤੋਂ ਬਾਅਦ ਮਨਤਾਰ ਸਿੰਘ ਬਰਾੜ ਇਹ ਅਫਸਰਾਂ ਨੂੰ ਦੱਸਦੇ ਹੈਗੇ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਕਿਹਾ ਹੈ ਵੀ ਮੈਂ DGP ਨਾਲ ਗੱਲ ਕਰਨਾ ਹੈ। ਉਸ ਤੋਂ ਬਾਅਦ ਅਗਲੀ ਜਿਹੜੀ ਗੱਲਬਾਤ ਹੈ ਉਹ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਉਸ ਤੋਂ ਬਾਅਦ ਜਿਹੜੀ ਗੱਲਬਾਤ ਅਗਲੀ ਹੁੰਦੀ ਹੈ ਉਹ DC ਦੀ ਹੁੰਦੀ ਹੈ, ਸੁਮੇਧ ਸਿੰਘ ਸੈਣੀ ਦੇ ਨਾਲ ਹੁੰਦੀ ਹੈ। ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ, ਇੱਕ ਹੋਰ ਜਿਹੜੀ ਜਾਣਕਾਰੀ ਔਨ ਰਿਕਾਰਡ ਆਉਂਦੀ ਹੈ ਉਹ ਇਹ ਹੁੰਦੀ ਹੈ ਵੀ ਜਿਹੜੇ ਫਰੀਦਕੋਟ ਦੇ SSP SS ਮਾਨ ਹੁੰਦੇ ਨੇ, ਉਹਨਾਂ ਵੱਲੋਂ DC ਨੂੰ ਦੱਸਤਾ ਜਾਂਦਾ ਹੈ ਇਸ ਤੋਂ ਪਹਿਲਾਂ ਹੀ, ਯਾਨੀ ਕਿ ਇਸ ਪੂਰੀ ਗੱਲਬਾਤ ਤੋਂ ਪਹਿਲਾਂ ਹੀ ਇਹ ਦੱਸਤਾ ਜਾ ਚੁੱਕਾ ਹੁੰਦਾ ਹੈ ਕਿ ਇਸ ਧਰਨੇ ਨੂੰ ਹੁਣ ਸਵੇਰੇ ਚੁਕਾਤਾ ਜਾਏਗਾ ਤੇ ਇਸ ਲਈ ਜਿਹੜਾ ਇੰਤਜ਼ਾਮ ਹੈ ਉਹ ਕਰ ਲਿਆ ਜਾਵੇ। ਸੋ ਇਹ ਗੱਲਾਂ ਬਾਤਾਂ ਔਨ ਰਿਕਾਰਡ ਆਈਆਂ ਨੇ, ਯਾਨੀ ਕਿ SSP ਨੂੰ ਦੇਰ ਰਾਤ ਹੀ ਇਹ ਜਿਹੜੀ ਇੰਸਟਰਕਸ਼ਨ ਸੀ
ਚੰਡੀਗੜ੍ਹ ਤੋਂ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਪਾਸ ਆਨ ਹੋ ਚੁੱਕੀ ਸੀ। ਇਸ ਤੋਂ ਬਾਅਦ ਹੀ ਇਹ ਪੂਰੀ ਗੱਲਬਾਤ ਮਨਤਾਰ ਬਰਾੜ ਨੂੰ ਦੱਸੀ ਗਈ। ਗੱਲਬਾਤ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਾਂ ਜ਼ਰੂਰਤ ਸਮਝੀ ਗਈ। ਉਸ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਗੱਲਬਾਤ ਵੀ ਹੋਈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਉਸ ਤੋਂ ਬਾਅਦ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਵੀ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਕਈ ਵਾਰ ਗੱਲਬਾਤ ਰਾਤ ਦੇ ਦੌਰਾਨ ਤਕਰੀਬਨ ਐਸੀਆਂ 3 ਹੋਰ ਕਾਲਾਂ ਸਨ ਜੋ ਕਿ ਸਵੇਰੇ 5 ਵਜੇ ਤੱਕ ਹੁੰਦੀਆਂ ਰਹੀਆਂ। ਅਲੱਗ-ਅਲੱਗ ਡਿਊਰੇਸ਼ਨ ਦੀਆਂ ਕਾਲ ਸਨ। ਮਨਤਾਰ ਸਿੰਘ ਬਰਾੜ ਦੇ ਨਾਲ ਗੱਲਬਾਤ ਹੋਈ ਤੇ ਇਸ ਦੌਰਾਨ ਡੀਸੀ ਦੀ ਜਦੋਂ ਗੱਲ ਸੁਮੇਧ ਸਿੰਘ ਸੈਣੀ ਨਾਲ ਹੋਈ ਤਾਂ ਸੁਮੇਧ ਸਿੰਘ ਸੈਣੀ ਨੇ ਡੀਸੀ ਨੂੰ ਵੀ ਇਹ ਕਨਵੇ ਕੀਤਾ ਵੀ ਤੁਸੀਂ ਚਿੰਤਾ ਨਾ ਕਰੋ, ਤੁਹਾਨੂੰ 10 ਮਿੰਟ ਦੇ ਵਿੱਚ ਕੁੰਜੀਆਂ ਜਿਹੜੀਆਂ ਹੈਗੀਆਂ ਸੀ ਵਾਪਸ ਤੁਹਾਡੇ ਹੱਥ ਵਿੱਚ ਫੜਾ ਦਾਂਗੇ, ਇਹ ਮੋਰਚਾ ਚੁਕਾ ਕੇ। ਸੋ ਇਹ ਗੱਲਬਾਤ ਜਿਹੜੀ ਹੈ ਉੱਥੋਂ ਦੇ ਸਥਾਨਕ ਪੱਧਰ ਦੇ ਪ੍ਰਸ਼ਾਸਨ ਨੂੰ ਦੱਸੀ ਕਿ ਜਦਕਿ ਉੱਥੋਂ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਹ ਸਮਝਦਾ ਸੀ ਵੀ ਇਸ ਪੂਰੇ ਧਰਨੇ ਨੂੰ ਫੋਰਸਫੁਲੀ ਚੁਕਵਾਏ ਜਾਣ ਦੀ ਇੰਨੀ ਲੋੜ ਹਜੇ ਨਹੀਂ ਹੈ। ਇਹੀ ਗੱਲਬਾਤ ਬਾਅਦ ਦੇ ਵਿੱਚ ਐਮਐਲਏ ਮਨਤਾਰ ਸਿੰਘ ਬਰਾੜ ਹੋਣਾ ਵੱਲੋਂ ਵੀ ਕਹੀ ਗਈ। ਹਾਲਾਂਕਿ ਜੋ ਐਸਡੀਐਮ ਨੇ ਉਹਨਾਂ ਨੂੰ ਮੁੱਖ ਮੰਤਰੀ ਨੂੰ ਕਹਿੰਦੇ ਹੋਏ ਸੁਣਿਆ ਤੇ ਜਿਸ ਤੋਂ ਬਾਅਦ ਵਿੱਚ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਹੁਣ ਡੀਜੀਪੀ ਨਾਲ ਗੱਲ ਕਰਨਗੇ ਤੇ ਉਸ ਸੰਬੰਧੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏਗੀ, ਯਾਨੀ ਸਵੇਰੇ ਫੌਰੀ ਤੌਰ ਤੇ ਕੁਝ ਨਾ ਕੁਝ ਐਕਸ਼ਨ ਕੀਤਾ ਜਾਏਗਾ। ਸੋ ਇਹ ਗੱਲਬਾਤ ਐਸਡੀਐਮ ਵੀ ਸੁਣਦੇ ਨੇ। ਇਸ ਗੱਲਬਾਤ ਨੂੰ ਬਾਦਲ ਵੱਲੋਂ ਮਨਤਾਰ ਸਿੰਘ ਬਰਾੜ ਖੁਦ ਨੂੰ ਦੱਸੇ ਜਾਣ ਦੀ ਗੱਲਬਾਤ ਹੋਰ ਅਫਸਰਾਂ ਨੂੰ ਦੱਸਦੇ ਨੇ। ਇਹ ਚੀਜ਼ ਰਿਕਾਰਡ ਤੇ ਆਈ। ਹਾਲਾਂਕਿ ਬਾਅਦ ਦੇ ਵਿੱਚ ਮਨਤਾਰ ਸਿੰਘ ਬਰਾੜ ਜਦੋਂ ਵੱਖ-ਵੱਖ ਸਿੱਟਾਂ ਤੇ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਏ, ਉਹਨਾਂ ਨੇ ਆਪਣਾ ਸਟੈਂਡ ਨੂੰ ਡਾਇਲਿਊਟ ਕੀਤਾ ਤੇ ਕਿਹਾ ਵੀ ਉਹਨਾਂ ਨੇ ਇਹ ਨਹੀਂ ਕਿਹਾ ਸੀ ਵੀ ਇਸ ਧਰਨੇ ਨੂੰ ਫੋਰਸਫੁਲੀ ਚੁਕਾਇਆ ਜਾਏ, ਬਲਕਿ ਉਹਨਾਂ ਦਾ ਤਾਂ ਇਹ ਕਹਿਣਾ ਸੀ ਵੀ ਇਸ ਧਰਨੇ ਨੂੰ ਫੌਰੀ ਤੌਰ ਤੇ ਚੁਕਾਏ ਜਾਣ ਦੀ ਲੋੜ ਕੋਈ ਨਹੀਂ ਹੈ। ਜਿਵੇਂ ਪਹਿਲਾਂ ਵੀ ਇੱਥੇ ਹੋਰ ਬਹੁਤ ਸੇ ਧਰਨੇ ਮੋਰਚੇ ਲੱਗਦੇ ਰਹੇ ਨੇ ਜਿਨ੍ਹਾਂ ਵਿੱਚ ਕਿ ਪੁਲਿਸ ਨੇ ਕੋਈ ਵੀ ਜ਼ਿਆਦਾ ਤਤਕਾਲ ਐਕਸ਼ਨ ਨਹੀਂ ਕੀਤਾ, ਉਵੇਂ ਵੀ ਇਹ ਵੀ ਧਰਨਾ ਚੱਲਣ ਦਿੱਤਾ ਜਾ ਸਕਦਾ ਸੀ। ਸੋ ਉਹਨਾਂ ਨੇ ਆਪਣਾ ਸਟੈਂਡ ਡਾਇਲਿਊਟ ਕੀਤਾ, ਲੇਕਿਨ ਕਮਿਸ਼ਨਰ ਨੇ ਜਾਂ ਇਨਕੁਆਇਰੀ ਜਿਹੜੀਆਂ ਸਿਟਸ ਸਨ ਉਹਨਾਂ ਨੂੰ ਲੱਗਿਆ ਵੀ ਇਹ ਕਿਸੇ ਤਰੀਕੇ ਦਾ ਆਫਟਰ ਥਾਟ ਹੈ, ਯਾਨੀ ਕਿ ਬਾਅਦ ਦੇ ਵਿੱਚ ਇਹ ਬਣਾਈ ਹੋਈ ਗੱਲ ਹੈ। ਜਦੋਂ ਕਿ ਉੱਥੇ ਜੋ ਐਸਡੀਐਮ ਤੇ ਡੀਸੀ ਦਾ ਜਿਹੜਾ ਵਿਊ ਪੁਆਇੰਟ ਸੀ ਜੋ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਜਾਂ ਉਸ ਤੋਂ ਬਾਅਦ ਦੀਆਂ ਸਿੱਟਾਂ ਦੇ ਸਾਹਮਣੇ ਵੀ ਰੱਖਿਆ ਗਿਆ, ਉਸ ਦੇ ਵਿੱਚ ਕਹਾਣੀ ਕੁਝ ਹੋਰ ਨਜ਼ਰ ਆ ਰਹੀ ਸੀ। ਜਿਵੇਂ ਤੁਸੀਂ ਕੁਝ ਸਮਾਂ ਪਹਿਲਾਂ ਜਸਟਿਸ ਰਣਜੀਤ ਸਿੰਘ ਹੋਣਾ ਤੇ ਮੂੰਹ ਤੋਂ ਖੁਦ ਸੁਣਿਆ ਕਿ ਆਖਰ ਕਿਉਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੁੱਦੇ ਉੱਤੇ ਚੁੱਪੀ ਧਾਰਨ ਕੀਤੀ। ਇੱਕ ਇੰਟਰਵਿਊ ਮੈਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਕੀਤੀ ਸੀ। ਉਹਨਾਂ ਵਿੱਚ ਉਹਨਾਂ ਨੇ ਮੋਟੀਆਂ-ਮੋਟੀਆਂ ਗੱਲਾਂ ਕੀਤੀਆਂ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਵੱਲੋਂ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਕੀ ਹਿਦਾਇਤ ਜਾਂ ਇੰਸਟਰਕਸ਼ਨ ਦਿੱਤੀ ਗਈ, ਨਾ ਹੀ ਉਹਨਾਂ ਨੇ ਇਹ ਦੱਸਿਆ ਕਿ ਡੀਜੀਪੀ ਵੱਲੋਂ ਉਹਨਾਂ ਨੂੰ ਕੀ ਕਿਹਾ ਗਿਆ। ਇਹ ਦੋ ਬਹੁਤ ਇੰਪੋਰਟੈਂਟ ਸਵਾਲ ਸਨ, ਕਿਉਂਕਿ ਜਾਂ ਤਾਂ ਪ੍ਰਕਾਸ਼ ਸਿੰਘ ਬਾਦਲ ਇਹ ਦੱਸਣ ਵੀ ਡੀਜੀਪੀ ਨੇ ਉਹਨਾਂ ਨੂੰ ਇੱਕ ਕੋਰਸ ਆਫ ਐਕਸ਼ਨ ਦੱਸਿਆ ਵੀ ਅਸੀਂ ਸਵੇਰੇ ਇਹ ਜਿਹੜਾ ਧਰਨਾ ਹੈ ਇਹ ਚੁਕਾ ਦੇਣਾ ਹੈ। ਸੋ ਜੇ ਉਹਦੇ ਸੰਬੰਧ ਵਿੱਚ ਹਾਮੀ ਮੁੱਖ ਮੰਤਰੀ ਵੱਲੋਂ ਭਰੀ ਗਈ ਤਾਂ ਇਸ ਲਈ ਕੀ ਉਹ ਲਾਇਬਲ ਹੈਗੇ ਨੇ, ਇੱਕ ਵੱਖਰਾ ਸਵਾਲ ਹੈ, ਇਹ ਇੱਕ ਵੱਖਰਾ ਇਸ਼ੂ ਹੋਏਗਾ। ਲੇਕਿਨ ਪਹਿਲਾਂ ਇਸ ਚੀਜ਼ ਦੀ ਪੂਰੇ ਤੱਥ ਤੇ ਪੂਰਾ ਵਿਸਥਾਰ ਦੇ ਨਾਲ ਜਾਣਕਾਰੀ ਤਾਂ ਮਿਲੇ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਉਸ ਵਕਤ ਕੀ ਸਲਾਹ ਦਿੱਤੀ ਜਾਂ ਕੀ ਕੋਰਸ ਆਫ ਐਕਸ਼ਨ ਸੁਜੈਸਟ ਕੀਤਾ, ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ ਇਹ ਦੱਸਣ ਵੀ ਉਹਨਾਂ ਵੱਲੋਂ ਸੁਮੇਧ ਸਿੰਘ ਸੈਣੀ ਨੂੰ ਕੀ ਦੱਸਿਆ ਗਿਆ। ਖਾਸ ਕਰਕੇ ਉਸ ਵਕਤ ਜਦੋਂ ਕਿ ਮਨਤਾਰ ਬਰਾੜ ਉੱਥੋਂ ਦੇ ਡੀਸੀ ਦੇ ਨਾਲ ਗੱਲਬਾਤ ਹੋ ਚੁੱਕੀ ਸੀ, ਇਹ ਚੀਜ਼ ਸਪਸ਼ਟ ਹੋ ਚੁੱਕੀ ਸੀ। ਸਥਾਨਕ ਪ੍ਰਸ਼ਾਸਨ ਇਹ ਸਮਝ ਰਿਹਾ ਸੀ ਵੀ ਇੰਨੀ ਵੀ ਕੋਈ ਆਫਤ ਨਹੀਂ ਆਈ, ਜੇ ਧਰਨਾ ਤੇ ਮੋਰਚਾ ਜਾਰੀ ਵੀ ਰਹਿੰਦਾ ਹੈ ਤਾਂ ਉਹ ਸਥਿਤੀ ਹਜੇ ਕਾਬੂ ਦੇ ਵਿੱਚ ਹੈ। ਉਸ ਹਾਲਾਤ ਦੇ ਵਿੱਚ ਵੀ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਜਲਦੀ ਸੀ ਜਾਂ ਕਾਹਲੀ ਸੀ ਇਸ ਮੋਰਚੇ ਨੂੰ ਚੁਕਾਉਣ ਦੀ। ਸੋ ਇਸ ਤਰੀਕੇ ਦੇ ਵੀ ਕੋਈ ਵੀ ਬਿਆਨ ਜਾਂ ਕੋਈ ਵੀ ਸਪਸ਼ਟੀਕਰਨ ਬਾਦਲ ਦੇ ਕੋਲੋਂ ਸਾਹਮਣੇ ਨਹੀਂ ਆਇਆ ਹੈ। ਸੁਮੇਧ ਸਿੰਘ ਸੈਣੀ ਨੇ ਵੀ ਇਸ ਮਾਮਲੇ ਉੱਤੇ ਇੱਕ ਬਹੁਤ ਹੀ ਇਵੇਸਿਵ ਦੀ ਚੁੱਪੀ, ਜਿਵੇਂ ਜੱਜ ਸਾਹਿਬ ਦੀ ਤੁਸੀਂ ਗੱਲ ਸੁਣੀ, ਇੱਕ ਬਹੁਤ ਹੀ ਵੱਖਰੇ ਤਰੀਕੇ ਨਾਲ ਉਹਨਾਂ ਦੀ ਵੀ ਚੁੱਪੀ ਰਹੀ, ਕਿਉਂਕਿ ਦੋਵੇਂ ਜਿਹੜੇ ਲੋਕ ਹੈਗੇ ਨੇ ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਇਹ ਸਪਸ਼ਟ ਨਹੀਂ ਕਰ ਰਹੇ ਕਿ ਇਹਨਾਂ ਦੋਨਾਂ ਨੇ ਇੱਕ ਦੂਸਰੇ ਨਾਲ ਗੱਲਬਾਤ ਕੀ ਕੀਤੀ। ਕਿਉਂਕਿ ਜੇ ਉਹ ਗੱਲਬਾਤ ਕਲੀਅਰ ਹੁੰਦੀ ਹੈ ਉਸ ਤੋਂ ਬਾਅਦ ਹੀ ਕੋਈ ਸਿੱਟਾ ਕੱਢਿਆ ਜਾ ਸਕਦਾ ਹੈ ਵੀ ਲਾਇਬਿਲਿਟੀ ਕਿਸ ਦੀ ਮੰਨੀ ਜਾਵੇ, ਕਿਸ ਦੀ ਨਾ ਮੰਨੀ ਜਾਵੇ। ਕਿਉਂਕਿ ਹੋਇਆ ਕਿ ਤਕਰੀਬਨ 2 ਵਜੇ ਰਾਤ ਦੇ ਘਟਨਾਕ੍ਰਮ ਚੱਲਦਾ ਰਿਹਾ। ਉਸ ਤੋਂ ਬਾਅਦ ਸਵੇਰੇ 6:30 ਵਜੇ ਕੋਟਕਪੂਰਾ ਚੌਂਕ ਦੇ ਵਿੱਚ ਐਕਸ਼ਨ ਸ਼ੁਰੂ ਹੁੰਦਾ ਹੈ। ਉਸ ਵਕਤ ਰਣਬੀਰ ਸਿੰਘ ਖੱਟੜਾ, ਕੁਝ ਤਸਵੀਰਾਂ ਮੈਂ ਪਹਿਲੀ ਰਿਪੋਰਟਸ ਵਿੱਚ ਵੀ ਦਿਖਾਈਆਂ, ਹੁਣ ਵੀ ਤੁਸੀਂ ਵੇਖ ਪਾਏ ਹੋ, ਅਲੱਗ-ਅਲੱਗ ਕੈਮਰਾ ਤੋਂ ਤਸਵੀਰਾਂ ਲਈਆਂ ਗਈਆਂ ਹੈਗੀਆਂ ਨੇ। ਉਸ ਦੌਰਾਨ ਕਾਫੀ ਸਮਝਾਇਆ ਬੁਝਾਇਆ ਗਿਆ ਪੰਤਪ੍ਰੀਤ ਹੋਣਾ ਨੂੰ, ਭਾਈ ਪੰਤਪ੍ਰੀਤ ਸਿੰਘ ਹੋਣਾ ਨੂੰ, ਲੇਕਿਨ ਉਸ ਦੇ ਬਾਅਦ ਵੀ ਜਦੋਂ ਲੋਕ ਮੰਨੇ ਨਹੀਂ, ਇਹਨਾਂ ਨੇ ਆਪਣੇ ਅਰੈਸਟ ਦੀ ਜ਼ਿੱਦ ਕੀਤੀ। ਅਰੈਸਟ ਜਦੋਂ ਇਹਨਾਂ ਨੂੰ ਕੀਤਾ ਜਾ ਰਿਹਾ ਸੀ ਉਸ ਵਕਤ ਤਲਖੀ ਹੋਈ ਤੇ ਉੱਥੇ ਹਾਲਾਤ ਐਸੇ ਪੈਦਾ ਹੋਏ। ਉਸ ਤੋਂ ਬਾਅਦ ਜਿਹੜੀ ਕੁੱਟਮਾਰ ਜਾਂ ਪੂਰੇ ਚੌਂਕ ਦੇ ਵਿੱਚ ਜਿਹੜੀ ਹਿੰਸਾ ਹੋਈ, ਜਿਸ ਦੇ ਵਿੱਚ ਕਿ ਹਵਾਈ ਫਾਇਰਿੰਗ ਵੀ ਕੀਤੀ ਗਈ ਤੇ ਇੱਕ ਜਿਹੜੀ ਗੋਲੀ ਸੀ ਉਹ ਇੱਕ ਨੌਜਵਾਨ ਨੂੰ ਲੱਗੀ ਵੀ। ਕੋਟਕਪੂਰਾ ਦੇ ਵਿੱਚ ਸਵੇਰੇ ਕੁਝ ਹੀ ਮਿੰਟਾਂ ਦੇ ਵਿੱਚ ਚੌਂਕ ਨੂੰ ਖਾਲੀ ਕਰਾ ਲਿਆ ਗਿਆ ਸੀਗਾ। ਇਹ ਪੂਰੀ ਘਟਨਾਕ੍ਰਮ ਜਿਹੜੀ ਹੈਗੀ ਉਸ ਵਿੱਚ ਵਿਆਪਕ ਪੱਧਰ ਤੇ ਹਿੰਸਾ ਹੋਈ, ਲੇਕਿਨ ਕੈਜੁਅਲਟੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਉਹ ਨਹੀਂ ਹੋਈ। ਪੁਲਿਸ ਇਸ ਮਾਮਲੇ ਦੇ ਵਿੱਚ, ਪੁਲਿਸ ਫੋਰਸ ਦਾ ਇੱਕ ਬਹੁਤ ਵੱਡਾ ਹਿੱਸਾ ਹੈ। तमाम ਉਹ ਅਫਸਰ ਜਿਹੜੇ ਉੱਥੇ ਮੌਜੂਦ ਸਨ ਉਹ ਨਹੀਂ ਮੰਨਦੇ ਵੀ ਇਸ ਮਾਮਲੇ ਦੇ ਵਿੱਚ ਪੁਲਿਸ ਦੋਸ਼ੀ ਹੈ। ਬੇਸ਼ੱਕ ਇਹ ਵੀ ਚੀਜ਼ਾਂ ਔਨ ਰਿਕਾਰਡ ਆਈਆਂ ਹੈਗੀਆਂ ਨੇ ਵੀ ਬਹੁਤ ਸੇ ਅਫਸਰ ਜਿਹੜੇ ਉੱਥੇ ਮੌਜੂਦ ਸਨ ਉਹ ਨਹੀਂ ਚਾਹੁੰਦੇ ਸਨ ਵੀ ਇਹ ਮਾਮਲਾ ਜਾਂ ਇਸ ਪੂਰੇ ਮਾਮਲੇ ਨੂੰ ਇਸ ਤਰੀਕੇ ਨਾਲ ਹੈਂਡਲ ਕੀਤਾ ਜਾਵੇ ਜਾਂ ਇਸ ਧਰਨੇ ਨੂੰ ਫੋਰਸਫੁਲੀ ਐਵਿਕਟ ਕਰਾਇਆ ਜਾਵੇ, ਯਾਨੀ ਕਿ ਇਸ ਚੌਂਕ ਨੂੰ ਜ਼ਬਰਦਸਤੀ ਜਾਂ ਬਲ ਪ੍ਰਯੋਗ ਦੇ ਨਾਲ ਖਾਲੀ ਕਰਾਇਆ ਜਾਵੇ। ਲੇਕਿਨ ਕਿਉਂਕਿ ਹਦਾਇਤਾਂ ਉੱਤੋਂ ਆਈਆਂ ਸਨ, ਇਹ ਤੈਅ ਹੈ ਵੀ ਹਦਾਇਤਾਂ ਕਿਤੇ ਨਾ ਕਿਤੇ ਉਮਰਾ ਨੰਗਲ, ਪਰਮਰਾਜ ਸਿੰਘ ਉਮਰਾ ਨੰਗਲ ਵੱਲੋਂ
ਉੱਤੋਂ ਜਦੋਂ ਉਹਨਾਂ ਨੂੰ ਹਦਾਇਤਾਂ ਮਿਲ ਰਹੀਆਂ ਸਨ ਜੋ ਕਿ ਸੁਮੇਧ ਸਿੰਘ ਸੈਣੀ ਡੀਜੀਪੀ ਦੇ ਨਾਲ ਉਹ ਡਾਇਰੈਕਟਲੀ ਇਨ ਟੱਚ ਸਨ, ਉਹਨਾਂ ਵੱਲੋਂ ਮਿਲ ਰਹੀਆਂ ਸਨ। ਉਸ ਤੋਂ ਬਾਅਦ ਇਸ ਧਰਨੇ ਨੂੰ ਫੋਰਸਫੁਲੀ ਚੁਕਾਏ ਜਾਣ ਦਾ ਫੈਸਲਾ ਕੀਤਾ ਗਿਆ, ਜਿਸ ਤੋਂ ਬਾਅਦ ਕਿ ਪੁਲਿਸ ਹਰਕਤ ਵਿੱਚ ਆਈ ਤੇ ਉਹ ਸਾਰੇ ਜਿਹੜੇ ਅਫਸਰ ਸਨ, ਕਿਉਂਕਿ ਇਹ ਵੀ ਦੱਸ ਦਈਏ ਉਸ ਵਕਤ ਏਡੀਜੀਪੀ ਲਾਅ ਐਂਡ ਆਰਡਰ ਰੋਹਿਤ ਚੌਧਰੀ ਤੋਂ ਲੈ ਕੇ ਪਰਮਰਾਜ ਸਿੰਘ ਉਮਰਾ ਨੰਗਲ ਜੋ ਕਿ ਲੁਧਿਆਣਾ ਦੇ ਕਮਿਸ਼ਨਰ ਸਨ, ਲੇਕਿਨ ਉੱਥੇ ਉਹਨਾਂ ਦੀ ਤੈਨਾਤੀ ਕੀਤੀ ਗਈ। ਇਸ ਤੋਂ ਇਲਾਵਾ ਡੀਏਜੀ ਰਣਵੀਰ ਸਿੰਘ ਖੱਟੜਾ, 4 ਜ਼ਿਲ੍ਹਿਆਂ ਦੇ ਐਸਐਸਪੀ ਮਾਨਸਾ, ਫਿਰੋਜ਼ਪੁਰ, ਫਰੀਦਕੋਟ ਦੇ ਉੱਥੇ ਮੌਜੂਦ ਸਨ ਤੇ ਹੋਰ ਵੀ ਏਆਈਜੀ ਪੱਧਰ ਦੇ ਅਫਸਰ ਸਾਰੇ ਮੌਜੂਦ ਸਨ। ਉੱਤੋਂ ਆਈਆਂ ਇਨਸਟਰਕਸ਼ਨਸ ਕੀ ਇਕੱਲੇ ਸੁਮੇਧ ਸਿੰਘ ਸੈਣੀ ਵੱਲੋਂ ਆਈਆਂ ਸਨ ਜਾਂ ਉਹਨਾਂ ਨੂੰ ਉੱਤੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਇਨਸਟਰਕਸ਼ਨਸ ਆਈਆਂ ਸਨ। ਇਹ ਇੱਕ ਐਸਾ ਭੇਦ ਹੈ ਜਿਸ ਦੇ ਵਿੱਚ ਜਾਣ ਦੀ ਕੋਸ਼ਿਸ਼ਾਂ ਕਮਿਸ਼ਨਾਂ ਤੇ ਐਸਆਈਟੀਜ਼ ਵੱਲੋਂ ਕੀਤੀਆਂ ਗਈਆਂ ਨੇ, ਲੇਕਿਨ ਕੁੰਵਰ ਵਿਜੇ ਪ੍ਰਤਾਪ ਦੀ ਐਸਆਈਟੀ ਜਿਸ ਨੇ ਕਿ 8 ਚਲਾਨ ਦਿੱਤੇ ਨੇ, ਇਸ ਮੁਤਲਕ ਕੁੰਵਰ ਵਿਜੇ ਪ੍ਰਤਾਪ ਨੇ ਕੋਈ ਗੱਲਬਾਤ ਨਹੀਂ ਕਹੀ। ਇਹੀ ਉਹਨਾਂ ਦੀ ਪੂਰੀ ਐਸਆਈਟੀ ਦਾ ਸਭ ਤੋਂ ਵੱਡਾ ਫੇਲਿਅਰ ਵੀ ਹੈ, ਕਿਉਂਕਿ ਜੇ ਗੱਲਬਾਤ ਇਸ ਮੁਹਾਵਰੇ ਤੇ ਤੋਰੀ ਜਾ ਰਹੀ ਹੈ, ਅੱਜ ਉਹ ਜਿਸ ਤਰੀਕੇ ਨਾਲ ਸਿਆਸੀ ਮੰਚਾਂ ਤੋਂ ਖੜੇ ਹੋ ਕੇ ਬਹੁਤ ਵੱਡੇ ਭਾਸ਼ਣ ਦਿੰਦੇ ਨੇ ਤੇ ਕਹਿੰਦੇ ਨੇ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ, ਸਿੱਧੇ ਤਰੀਕੇ ਨਾਲ ਇੱਕ ਪੋਲੀਟੀਕਲ ਓਵਰਟੋਨ ਉਹਨਾਂ ਦੀ ਪੂਰੀ ਗੱਲਬਾਤ ਦੇ ਵਿੱਚ ਹੁਣ ਤੋਂ ਹੀ ਨਹੀਂ ਬਲਕਿ ਉਸ ਵਕਤ ਤੋਂ ਵੀ ਝਲਕਦੀ ਆ ਰਹੀ ਸੀ ਜਦ ਤੋਂ ਉਹ ਐਸਆਈਟੀ ਦੇ ਮੁਖੀ ਵਜੋਂ ਕੰਮ ਕਰ ਰਹੇ ਸਨ। ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਵੱਲੋਂ 8 ਚਲਾਨ ਪੇਸ਼ ਹੋਏ ਜਾਣ ਦੇ ਬਾਵਜੂਦ ਵੀ ਇਸ ਪੂਰੀ ਬਾਰੀਕੀ ਦੇ ਵਿੱਚ ਨਾ ਜਾ ਪਾਣਾ। ਸੁਮੇਧ ਸਿੰਘ ਸੈਣੀ ਤੋਂ ਉਹਨਾਂ ਨੇ ਪੁੱਛਗਿੱਛ ਕੀਤੀ ਹੈ, ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਨੇ ਪੁੱਛਗਿੱਛ ਕੀਤੀ ਹੈ ਕਿ ਕੋਈ ਕਸਟੋਡੀਅਲ ਇੰਟੈਰੋਗੇਸ਼ਨ ਦੀ ਲੋੜ ਸੀ ਜਾਂ ਕਿਸੇ ਹੋਰ ਵੱਡੀ ਜ਼ਿਆਦਾ ਡਿਟੇਲ ਵਿੱਚ ਜਾਣ ਦੀ ਲੋੜ ਸੀ। ਇਸ ਦੇ ਬਾਵਜੂਦ ਵੀ 8 ਚਲਾਨ ਪੇਸ਼ ਹੋਣੇ ਤੇ ਉਸ ਦੇ ਵਿੱਚ ਇਹ ਚੀਜ਼ ਸਪਸ਼ਟ ਨਹੀਂ ਹੋ ਪਾਈ। ਅੱਜ ਤੱਕ ਐਲਕੇ ਯਾਦਵ ਦੀ ਟੀਮ ਨੇ ਹੁਣ ਜਿਹੜੀ ਪੁੱਛਗਿੱਛ ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਤੋਂ, ਉਹ ਭੇਦ ਦਾ ਭੇਦ ਹੀ ਹੈ। ਜਿਹੜੀ ਚੀਜ਼ ਅਸੀਂ ਤੁਹਾਨੂੰ ਜਸਟਿਸ ਰਣਜੀਤ ਸਿੰਘ ਦੀ ਇੰਟਰਵਿਊ ਸੁਣਾਈ ਹੈ, ਜਿਸ ਤਰੀਕੇ ਨਾਲ ਪਰਦਾ ਦੋਵੇਂ ਇਹਨਾਂ ਲੋਕਾਂ ਵੱਲੋਂ ਪਾਇਆ ਗਿਆ, ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਵੱਲੋਂ ਲੁਕਾ ਕੇ ਰੱਖਿਆ ਗਿਆ ਵੀ ਆਪਸ ਦੇ ਵਿੱਚ ਇਹਨਾਂ ਨੇ ਇੱਕ ਦੂਸਰੇ ਨੂੰ ਕੀ ਕਿਹਾ, ਐਡੀ ਇੱਕ ਸਿੰਪਲ ਗੱਲਬਾਤ ਇਹ ਕਿਸੇ ਕਮਿਸ਼ਨ ਜਾਂ ਇਨਕੁਆਇਰੀ ਟੀਮ ਦੇ ਅੱਗੇ ਨਹੀਂ ਕਰ ਪਾ ਰਹੇ ਨੇ। ਇਹ ਬਹੁਤ ਵੱਡਾ ਇੱਕ ਸਵਾਲ ਹੈ, ਕਿਉਂਕਿ ਨਵੇਂ ਸਿਰੇ ਤੋਂ ਜਿਹੜੀ ਵੀ ਜਾਂਚ ਹੈ ਐਲਕੇ ਯਾਦਵ ਦੀ ਐਸਆਈਟੀ ਹੈ, ਹੁਣ ਇਹ ਸਾਰੀ ਗੱਲਾਂ ਬਾਤਾਂ ਦਾ ਕੀ ਤੱਥ ਕੱਢੇਗੀ ਇਹ ਤਾਂ ਸਮਾਂ ਦੱਸੇਗਾ, ਲੇਕਿਨ ਇਹ ਇੱਕ ਗੁੰਝਲਦਾਰ ਭੇਦ ਹੈ ਜੋ ਕਿ ਹਮੇਸ਼ਾ ਰਿਹਾ ਹੈ ਤੇ ਰਹੇਗਾ। ਤੇ ਇਸ ਉੱਤੇ ਸਪਸ਼ਟੀਕਰਨ ਬਣਦਾ ਤਾਂ ਇਹ ਸੀ ਵੀ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਇਸ ਸਪਸ਼ਟੀਕਰਨ ਨੂੰ ਦਿੰਦੇ ਤੇ ਜੇ ਵੀ ਕੋਈ ਉਹਨਾਂ ਨੇ ਇਨਸਟਰਕਸ਼ਨਾਂ ਦਿੱਤੀਆਂ ਜਾਂ ਕੋਈ ਵੀ ਐਕਸ਼ਨ ਕੀਤਾ ਉਹਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਕਬੂਲ ਦੇ। ਲੇਕਿਨ ਕਿਤੇ ਨਾ ਕਿਤੇ ਬੇਵਿਸ਼ਵਾਸੀ ਵੀ ਹੈ, ਕਿਤੇ ਨਾ ਕਿਤੇ ਡਰ ਵੀ ਹੈ, ਕਿਤੇ ਨਾ ਕਿਤੇ ਅਸੁਰੱਖਿਆ ਵੀ ਹੈ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਵੀ ਜਦੋਂ ਵੀ ਮਾਮਲੇ ਸਿੱਧੀ ਲੀਹ ਤੇ ਤੁਰਨਾ ਸ਼ੁਰੂ ਹੁੰਦੇ ਨੇ ਉਹਦੇ ਵਿੱਚ ਸਿਆਸਤ ਹਾਵੀ ਹੋ ਜਾਂਦੀ ਹੈ। ਸੋ ਇਹ ਸਿਆਸਤ ਨੂੰ ਇਸ ਮਾਮਲੇ ਦੇ ਵਿੱਚ ਸ਼ੁਰੂ ਤੋਂ ਹੀ ਹਾਵੀ ਹੁੰਦਿਆਂ ਹੋਇਆ ਵੇਖਿਆ ਗਿਆ। ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਐਡਾ ਲੰਬਾ ਚੌੜਾ ਇਜਲਾਸ ਹੋਇਆ, ਉਸ ਤੋਂ ਪਹਿਲਾਂ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਉੱਤੇ ਸਿਆਸੀ ਜਿਹੜੀ ਦੂਸ਼ਣ ਹੈ ਉਹ ਲੱਗਣੇ ਸ਼ੁਰੂ ਹੋ ਚੁੱਕੇ ਸਨ। ਇੱਕ ਐਡੇ ਹਾਈਲੀ ਪੋਲੀਟੀਸਾਈਜ਼ ਐਟਮੋਸਫੇਅਰ ਦੇ ਵਿੱਚ ਜਾਂ ਹਾਲਾਤ ਦੇ ਵਿੱਚ ਕਿਵੇਂ ਇਸ ਪੂਰੇ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਪਾਏਗਾ, ਇਹ ਅਜੇ ਤੱਕ ਸਮਝ ਆ ਪਾਉਣਾ ਮੁਸ਼ਕਿਲ ਹੈ। ਸ਼ਾਇਦ ਇਹੀ ਕਾਰਨ ਹੈ ਵੀ ਇੱਕ ਤੋਂ ਬਾਅਦ ਇੱਕ ਕਮਿਸ਼ਨ ਤੇ ਇੱਕ ਤੋਂ ਬਾਅਦ ਸਿੱਟਾਂ ਜਿਹੜੀਆਂ ਹੈਗੀਆਂ ਨੇ ਫੇਲ ਹੋਈਆਂ ਨੇ। ਅਸੀਂ ਇੱਕ ਰਿਪੋਰਟ ਮੈਂ ਨਸ਼ਰ ਕੀਤੀ ਸੀ ਕੁਝ ਹਫ਼ਤੇ ਪਹਿਲਾਂ, ਸ਼ਾਇਦ ਉਸ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਵੀ 8 ਸਿੱਟਾਂ ਬਣ ਚੁੱਕੀਆਂ ਨੇ, ਉਸ ਤੋਂ ਬਾਅਦ ਇੱਕ 9ਵੀਂ ਸਿੱਟ ਨੌਨਿਹਾਲ ਸਿੰਘ ਦੀ ਵੀ ਬਣ ਗਈ। ਸੋ 9 ਸਿੱਟਾਂ ਇਸ ਮਾਮਲੇ ਤੇ ਬਣ ਚੁੱਕੀਆਂ ਨੇ, 2 ਕਮਿਸ਼ਨ ਬਣ ਚੁੱਕੇ ਨੇ, ਲੇਕਿਨ ਹਜੇ ਵੀ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਇਹ ਮਾਮਲਾ ਕਿੱਥੇ ਜਾਏਗਾ, ਕਿੰਨਾ ਕੁ ਇਹਦੇ 'ਚ ਦਮ ਤੇ ਪੋਟੈਂਸ਼ੀਅਲ ਹੈ ਤੇ ਕੀ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦਾ ਇਸ ਨੂੰ ਵੱਡਾ ਇੱਕ ਬਹੁਤ ਵੱਡਾ ਇਹਦੇ ਆਸ-ਪਾਸ ਇੱਕ ਹਵਾ ਕ੍ਰੀਏਟ ਕੀਤਾ ਗਿਆ ਕਿ ਇਹ ਵਾਕਈ ਉੱਡਾ ਵੱਡਾ ਮਾਮਲਾ ਹੈ। ਇੱਕ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਡੀਲ ਕਰਨ ਦੇ ਵਿੱਚ ਇੱਕ ਸਰਕਾਰ, ਇੱਕ ਮੁੱਖ ਮੰਤਰੀ, ਇੱਕ ਡੀਜੀਪੀ ਕਿੰਨੀ ਕੁ ਵੱਡੀ ਗਲਤੀਆਂ ਕਰ ਸਕਦਾ ਹੈ, ਕਿੰਨੀ ਕੁ ਵੱਡੀ ਉਸ ਨੂੰ ਗਲਤੀ ਜਾਂ ਉਸ ਨੂੰ ਜੁਰਮ ਮੰਨਿਆ ਜਾਵੇ, ਇਹ ਸਾਰੀਆਂ ਗੱਲਾਂ ਬਾਤਾਂ ਕੋਖਣ ਦਾ ਵਿਚਾਰ ਦਾ ਵਿਸ਼ਾ ਹੈ। ਲੇਕਿਨ ਫਿਲਹਾਲ ਦੇਖਦੇ ਹਾਂ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਤੋਂ ਬਾਅਦ ਐਲਕੇ ਯਾਦਵ ਦੀ ਸਿੱਟ, ਜਿਸ ਦੇ ਕੋਲ ਸਮਾਂ ਕਾਫੀ ਘੱਟ ਹੈ, ਕਿਉਂਕਿ ਜੇ ਆਪਾਂ ਇੱਕ ਪੋਲੀਟੀਕਲ ਮਾਹੌਲ ਦੀ ਗੱਲ ਕਰੀਏ ਤਾਂ 2022 ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਹੈ। ਤਾਂ ਉਸ ਹਾਲਾਤਾਂ ਦੇ ਵਿੱਚ ਐਲਕੇ ਯਾਦਵ ਹੁਣ ਕੀ ਨਵੀਂ ਐਸੀ ਚੀਜ਼ ਕਰਕੇ ਦਿਖਾਣਗੇ ਜੋ ਕੁੰਵਰ ਵਿਜੇ ਪ੍ਰਤਾਪ ਨਹੀਂ ਕਰ ਪਾਏ, ਜਾਂ ਉਹ 8 ਹੋਰ ਸਿੱਟਾਂ ਨਹੀਂ ਕਰ ਪਾਈਆਂ ਜੋ ਕਿ ਇਸ ਪੂਰੇ ਮਾਮਲੇ ਵਿੱਚ ਬਣੀਆਂ, ਜਾਂ ਉਹ 2 ਕਮਿਸ਼ਨ ਨਹੀਂ ਕਰ ਪਾਏ ਜੋ ਇਸ ਮਾਮਲੇ ਦੇ ਵਿੱਚ ਬਣੇ। ਫਿਲਹਾਲ ਅੱਜ ਦੀ ਪੂਰੀ ਗੱਲਬਾਤ, ਇਹ ਰਿਪੋਰਟ ਤੁਹਾਨੂੰ ਇੱਕ ਫਲੈਸ਼ਬੈਕ ਦੇ ਵਿੱਚ ਲਿਜਾਣ ਦੀ ਸੀ ਤੇ ਉਸ ਰਾਤ ਦੇ ਘਟਨਾਕ੍ਰਮ ਦੇ ਨਾਲ ਜਾਣੂ ਕਰਾਉਣ ਦੀ ਕੋਸ਼ਿਸ਼ ਸੀ ਜਿਸ ਦੇ ਵਿੱਚ ਕੀ ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਆਪਸ ਦੇ ਵਿੱਚ ਕੀ ਗੱਲਬਾਤ ਕਰ ਰਹੇ ਸੀ। ਇਹ ਇੱਕ ਭੇਦ ਬਣਿਆ ਹੋਇਆ ਹੈ, ਉਹ ਭੇਦ ਜੇ ਸਾਹਮਣੇ ਆਏ ਤਾਂ ਫਿਰ ਹੀ ਗੱਲਬਾਤ ਸਮਝ ਵਿੱਚ ਆਏ। ਬਹੁਤ ਬਹੁਤ ਧੰਨਵਾਦ। ਸਾਡੇ ਇਸ ਵੀਡੀਓ ਨੂੰ ਇੱਥੇ ਵਿਰਾਮ ਦੇਣ ਦਾ ਸਮਾਂ ਆ ਚੁੱਕਾ ਹੈ। ਰਿਤੇਸ਼ ਲਖੀਆਂ ਅਨਪਲੱਗ ਨਾਲ ਬਣੇ ਰਹੋ, ਹੋਰ ਵੀਡੀਓਜ਼ ਦਾ ਇੰਤਜ਼ਾਰ ਕਰੋ। ਕੁਝ ਹੋਰ ਰਿਪੋਰਟਸ ਨੇ ਜੋ ਕਿ ਬਹੁਤ ਹੀ ਛੇਤੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਲਿਆਵਾਂਗਾ। ਧੰਨਵਾਦ।